ਗੁਰੂ ਨਾਨਕ ਸਾਹਿਬ ਮਹਾਰਾਜ ਪਿੰਡ ਤੋਂ ਬਾਹਰ-ਵਾਰ ਆਪਣਾ ਡੇਰਾ ਲਾ ਲੈਂਦੇ ਹੈ। ਸਾਰੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇਖਣ ਵਾਸਤੇ ਆਉਂਦੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਕੀਰੀ ਲਿਬਾਸ ਆਪਣੇ ਤਨ ਤੇ ਧਾਰਨ ਕੀਤਾ ਹੋਇਆ ਹੈ। ਮੋਦੀ ਖਾਨੇ ਦੇ ਸਾਹਮਣੇ ਜਾ ਕੇ ਸਤਿਗੁਰੂ ਨੇ ਗਰੀਬ ਗੁਰਦੇ ਲੋਕਾਂ ਨੂੰ ਬਹੁਤ ਸਾਰੇ ਧਨ ਪਦਾਰਥ ਜਿਹੜੇ ਸੀ ਉਹ ਦੇ ਦਿੱਤੇ। ਜਿਸ ਤੋਂ ਬਾਅਦ ਚੁਗਲਖੋਰ ਲੋਕਾਂ ਨੇ ਨਵਾਬ ਦੌਲਤ ਖਾਂ ਲੋਧੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਿਕਾਇਤ ਕੀਤੀ ਹੈ ਵੀ ਕਿਉਂ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲੋਂ ਹਿਸਾਬ ਕਿਤਾਬ ਲਿਆ ਜਾਏ। ਆਖਰ ਮੋਦੀ ਖਾਨੇ ਦੇ ਵਿੱਚ ਕੋਈ ਵਾਧਾ ਹੋਇਆ ਹੈ, ਕੋਈ ਘਾਟਾ ਹੋਇਆ ਹੈ, ਕਿੰਨਾ ਕੁ ਨਾਨਕ ਨੇ ਸਾਰਾ ਕੁਝ ਲੁਟਾ ਤਾਂ ਨਹੀਂ ਦਿੱਤਾ ਕਿਤੇ। ਦੌਲਤ ਖਾਂ ਲੋਧੀ ਜਿਹੜਾ ਸੀ ਉਹ ਵੀ ਚੁਗਲਖੋਰ ਦੀਆਂ ਗੱਲਾਂ 'ਚ ਆ ਗਿਆ। ਉਹਨੇ ਉਸੇ ਵੇਲੇ ਜੈ ਰਾਮ ਜੀ ਨੂੰ ਸੁਨੇਹਾ ਭੇਜਿਆ, ਕਹਿੰਦਾ ਵੀ ਆਓ ਤੁਸੀਂ ਛੇਤੀ ਦੇ ਨਾਲ ਆਪਾਂ ਹਿਸਾਬ ਕਰਨਾ ਹੈ। ਮੋਦੀ ਖਾਨੇ ਦੇ ਵਿੱਚ ਜੇ ਘਾਟਾ ਪਿਆ ਤੇ ਉਹਦਾ ਹਿਸਾਬ ਕਿਤਾਬ ਜਿਹੜਾ ਹੈ ਉਹ ਜੈ ਰਾਮ ਜੀ ਦੇਣਗੇ। ਇਵੇਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਹਿਸਾਬ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਮਹਾਰਾਜ ਪਿੰਡ ਤੋਂ ਬਾਹਰ ਸ਼ਮਸ਼ਾਨ ਘਾਟ ਵਿੱਚ ਬੈਠੇ ਹੈ। ਪਰਿਵਾਰ ਵਾਲੇ ਬੜੇ ਚਿੰਤਾ ਦੇ ਵਿੱਚ ਹੈ। ਨਾਨਕੀ ਜੀ ਅਡੋਲ ਚਿੱਤ ਬੈਠੇ ਹੈ। ਉਹਨਾਂ ਨੂੰ ਪਤਾ ਹੈ ਕਿ ਮੇਰਾ ਵੀਰ ਕੋਈ ਆਮ ਨਹੀਂ, ਉਹ ਰੱਬੀ ਰੂਪ ਹੈ। ਪਰ ਬਾਕੀਆਂ ਨੂੰ ਚਿੰਤਾ ਹੋ ਰਹੀ ਸੀ। ਫਿਰ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਹਿਸਾਬ ਲਿਆ ਜਾਵੇਗਾ, ਕੀ ਕੁਝ ਹੋਵੇਗਾ। ਕਵੀ ਸੰਤੋਖ ਸਿੰਘ ਜੀ ਇਸ ਪ੍ਰਸੰਗ ਦੇ ਰਾਹੀਂ ਦਰਸਾ ਰਹੇ ਨੇ। ਲੜੀਵਾਰ ਇਤਿਹਾਸ ਦੀ ਇਸ ਵਿਚਾਰ ਨਾਲ ਜੁੜਨ ਵਾਸਤੇ ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਜਦੋਂ ਜੈ ਰਾਮ ਜੀ ਨੂੰ ਦੌਲਤ ਖਾਂ ਲੋਧੀ ਨੇ ਸੁਨੇਹਾ ਭੇਜਿਆ, ਉਸੇ ਵੇਲੇ ਜੈ ਰਾਮ ਜੀ ਜਿਹੜੇ ਸਨ ਆਪਣੇ ਘਰ ਤੋਂ ਦੌਲਤ ਖਾਂ ਲੋਧੀ ਦੇ ਕੋਲ ਆਏ ਹੈ। ਤੇ ਅੱਗੋਂ ਫਿਰ ਦੌਲਤ ਖਾਂ ਲੋਧੀ ਜਿਹੜਾ ਇਸ ਤਰ੍ਹਾਂ ਆਖਦਾ ਹੈ, ਸਾਲ ਕੋ ਲੇਖਾ ਵਿਸਾਲ ਲਖੋ ਅਬ ਦੇਵ ਜਾ ਬਿਦ ਸੋ ਮਨ ਮਾਨਾ। ਕਹਿਣ ਲੱਗਿਆ ਕਿ 1 ਸਾਲ ਹੋ ਗਿਆ ਹੈ, ਅਸੀਂ ਮੋਦੀ ਖਾਨੇ ਦਾ ਕੋਈ ਹਿਸਾਬ ਕਿਤਾਬ ਨਹੀਂ ਕੀਤਾ। ਇਸ ਕਰਕੇ 1 ਸਾਲ ਦਾ ਜਿਹੜਾ ਹਿਸਾਬ ਹੈ ਨਾ ਉਹ ਆਪਾਂ ਕਰ ਲੈਣਾ ਕਰੀਏ। ਬਾਕੀ ਜਿਤਨਿਕ ਸੇ ਹਮਰੀ ਸਭ ਤੇ ਟਿਗਲਿਓ ਜਾਨ ਨਸ਼ਾਨਾ। ਕਹਿਣ ਲੱਗਿਆ ਵੀ ਜਿਸ ਦਾ ਵੀ ਬਕਾਇਆ ਹੋਵੇਗਾ ਉਹ ਆਪਾਂ ਬਕਾਇਆ ਦੇ ਦਿਆਂਗੇ। ਜੇ ਤੁਹਾਡੇ ਵੱਲ ਕੋਈ ਬਕਾਇਆ ਨਿਕਲੇਗਾ ਤੁਹਾਨੂੰ ਦੇ ਦਿਆਂਗੇ। ਜੇ ਘਾਟਾ ਪਿਆ ਹੋਇਆ ਤੇ ਤੁਸੀਂ ਪੂਰਾ ਕਰਨਾ ਹੈ। ਇਵੇਂ ਕਰਕੇ ਦੌਲਤ ਖਾਂ ਜੀ ਜਿਹੜੇ ਸਨ ਉਹ ਜੈ ਰਾਮ ਜੀ ਨੂੰ ਆਖਦੇ ਹਨ, ਬੜੀ ਤਾੜਨਾ ਜੀ ਕਰਕੇ ਬੜੇ ਗੁੱਸੇ ਜਿਹੇ ਦੇ ਨਾਲ ਨਵਾਬ ਨੇ ਆਖਿਆ ਜੈ ਰਾਮ ਜੀ ਨੂੰ ਕਿ ਸਾਰਾ ਹੀ ਫੋਲ ਕੇ ਵੇਖੀਏ ਤੇ ਸਹੀ ਕਿ ਮੋਦੀ ਖਾਨੇ ਵਿੱਚ ਕਿੰਨਾ ਕੁ ਵਾਧਾ ਘਾਟਾ ਹੋਇਆ ਹੈ। ਕਪਿਓ ਲੋਹੇ ਬ੍ਰਿਣਾ ਪਾਕ ਪਰ ਲਗ ਸੰਕਟ ਅਧਿਕਾਏ। ਜੈ ਰਾਮ ਜੀ ਤੇ ਪਹਿਲਾਂ ਹੀ ਬੜੇ ਡਰੇ ਹੋਏ ਸਨ। ਉਹਨਾਂ ਨੂੰ ਤੇ ਪਹਿਲਾਂ ਹੀ ਇਸ ਗੱਲ ਦੀ ਚਿੰਤਾ ਸਤਾ ਰਹੀ ਸੀ। ਜਿਵੇਂ ਕਰਕੇ ਕਵੀ ਸੰਤੋਖ ਸਿੰਘ ਕਹਿੰਦੇ ਕਿ ਕਿਸੇ ਦੇ ਸਰੀਰ 'ਤੇ ਕੋਈ ਫੋੜਾ ਹੋ ਜਾਵੇ, ਉਹਦੇ 'ਤੇ ਕੋਈ ਗਰਮ ਚੀਜ਼ ਲਾ ਦੇ ਤੇ ਜਿੰਨੀ ਉਹਨੂੰ ਦਰਦ ਹੁੰਦੀ ਹੈ, ਜਿੰਨੀ ਉਹਨੂੰ ਤਕਲੀਫ ਹੁੰਦੀ ਹੈ, ਇਵੇਂ ਫਿਰ ਤਕਲੀਫ ਜਿਹੜੀ ਹੈ, ਇੰਨੀ ਦਰਦ, ਇੰਨਾ ਦੁਖੀ ਜੈ ਰਾਮ ਜੀ ਜਿਹੜੇ ਸਨ ਆਪਣੇ ਅੰਦਰੋਂ ਅੰਦਰੀ ਹੋ ਰਹੇ ਸਨ। ਕਹਿੰਦੇ ਕਿ ਇਹ ਗੱਲ ਸੁਣ ਕੇ ਜਦੋਂ ਦੌਲਤ ਖਾਨ ਨੇ ਕਿਹਾ ਨਾ ਹਿਸਾਬ ਕਿਤਾਬ ਕਰੀਏ, ਤੇ ਜੈ ਰਾਮ ਜੀ ਜਿਹੜੇ ਸਨ ਅੰਦਰੋਂ ਅੰਦਰੀ ਬੜੇ ਘਬਰਾ ਗਏ ਹਨ। ਅੰਦਰੋਂ ਅੰਦਰੀ ਬੜੀ ਚਿੰਤਾ ਦੇ ਵਿੱਚ ਸਨ। ਮਨ ਅੰਦਰ ਘਬਰਾਹਟ ਹੋ ਰਹੀ ਸੀ। ਉਹਨਾਂ ਨੂੰ ਕੋਈ ਆਸਰਾ ਨਹੀਂ ਸੀ ਲੱਭ ਰਿਹਾ ਕਿ ਮੈਂ ਆਸਰਾ ਕਿਹਦਾ ਲਵਾਂ। ਮਨ ਹੀ ਮਨ ਜੈ ਰਾਮ ਜੀ ਨੇ ਵਿਚਾਰ ਕੀਤੀ ਹੈ ਤੇ ਵਿਚਾਰ ਕਰਕੇ ਸੋਚਣ ਤੋਂ ਬਾਅਦ ਜੈ ਰਾਮ ਜੀ ਫਿਰ ਬੋਲਦੇ ਨੇ,
ਨਵਾਬ ਦੌਲਤ ਖਾਂ ਲੋਧੀ ਨੂੰ ਕੀ ਆਖਦੇ ਹਨ। ਨਾਨਕ ਤਕ ਆਸਰਾ ਪਤ ਰਾਖੇ ਮਮ ਸੋਏ। ਪਹਿਲਾਂ ਤੇ ਮਨ ਹੀ ਮਨ ਅਰਦਾਸ ਕਰਦੇ ਨੇ, ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਮੈਂ ਤੇਰਾ ਹੀ ਆਸਰਾ ਤੱਕਦਾ ਹਾਂ, ਹੁਣ ਮੇਰੀ ਇੱਜ਼ਤ ਜਿਹੜੀ ਹੈ ਨਾ ਉਹ ਤੁਸੀਂ ਰੱਖਣੀ ਹੈ। ਬੋਲਿਓ ਤਬੇ ਨਰੇਸ਼ ਤੇ ਸੇ ਸ਼ਰਨ ਸੁਖ ਦੁਸ ਕੀ ਹੋਏ। ਜੈ ਰਾਮ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਯਾਦ ਕਰਕੇ ਚਰਨਾਂ ਦਾ ਧਿਆਨ ਧਰ ਕੇ ਨਵਾਬ ਦੌਲਤ ਖਾਂ ਲੋਧੀ ਨੂੰ ਆਖਿਆ ਹੈ। ਇੱਕ ਬਾਰ ਮੈਂ ਨਾਨਕ ਕੇਟਕ ਜਾਏ ਕੇ ਆਏ ਕੇ ਦਿਓ ਹਿਸਾਬ ਤੁਮਾਰਾ। ਕਹਿਣ ਲੱਗੇ, ਜੈ ਰਾਮ ਜੀ ਕਹਿੰਦੇ ਨੇ ਦੌਲਤ ਖਾਨ ਨੂੰ, ਕਹਿੰਦਾ ਮੈਂ ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਜਾ ਆਵਾਂ, ਉਹਨਾਂ ਦੇ ਕੋਲ ਜਾ ਕੇ ਤੇ ਆਣ ਕੇ ਫਿਰ ਮੈਂ ਤੁਹਾਡੇ ਨਾਲ ਜਿਹੜਾ ਨਾ ਉਹ ਹਿਸਾਬ ਕਰਾਂਗਾ। ਗੁਰ ਬੀਚ ਵਿਚਾਰ ਆਰਤ ਧਾਰਤ ਬਾਹਰ ਸਾਧ ਸੰਬੰਧ ਪਸਾਰਾ। ਮਨ ਹੀ ਮਨ ਸੋਚਾਂ ਸੋਚਦਾ ਹੋਇਆ, ਮਨ ਵਿੱਚ ਦੁਖੀ ਹੁੰਦਾ ਹੋਇਆ, ਪਿੰਡ ਤੋਂ ਬਾਹਰ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਮਸ਼ਾਨ ਵਿੱਚ ਡੇਰਾ ਲਾਇਆ ਸੀ ਉੱਥੇ ਚਲਾ ਜਾਂਦਾ ਹੈ। ਰਾਜਤ ਹੈ ਸ਼ਿਵ ਮਾਧਮ ਸਾਨ ਮਨੋਹਿਤ ਧਾਰਾ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਮਸ਼ਾਨ ਦੇ ਵਿੱਚ ਬੈਠੇ ਹੋਏ ਸਨ, ਪਰਮਾਤਮਾ ਦੀ ਭਗਤੀ ਕਰ ਰਹੇ ਸਨ, ਪਰਮਾਤਮਾ ਨੂੰ ਯਾਦ ਕਰ ਰਹੇ ਸਨ। ਗੰਪਤ ਦੰਪਤ ਹਾਥ ਦਿਓ ਕਰ ਬੰਧਨ ਡੈ ਬੈਨ ਜਰਾਮ ਵਿਚਾਰਾ। ਜੈ ਰਾਮ ਜੀ ਮਨ ਹੀ ਮਨ ਬੜੇ ਦੁਖੀ ਹੋ ਰਹੇ ਸਨ। ਉਹਨਾਂ ਨੇ ਕੰਬਦੇ ਹੋਏ ਹੱਥਾਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ ਤੇ ਫਿਰ ਬੇਨਤੀ ਕੀਤੀ ਹੈ। ਸਾਲ ਦਿਆਲ ਸੁਨੋ ਇੱਕ ਸਾਲ ਕੋ ਲੇਖਾ ਬੇਸਾਲ ਬਖਾਨਾ। ਜੈ ਰਾਮ ਜੀ ਆਖਣ ਲੱਗੇ, ਕਹਿੰਦੇ ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਨਵਾਬ ਜਿਹੜਾ ਹੈ ਨਾ ਦੌਲਤ ਖਾਂ ਲੋਧੀ, ਉਹ 1 ਸਾਲ ਦਾ ਹਿਸਾਬ ਮੰਗ ਰਿਹਾ ਹੈ। ਉਹ ਕਹਿ ਰਿਹਾ ਕਿ ਸਾਰਾ ਹਿਸਾਬ ਕਿਤਾਬ ਜਿਹੜਾ ਪਿਛਲਾ ਕਰਨਾ ਹੈ, ਇਸ ਤਰ੍ਹਾਂ ਨਵਾਬ ਜਿਹੜਾ ਸਾਨੂੰ ਆਖ ਰਿਹਾ ਹੈ। ਹੋਏ ਬੁਲਾਏ ਲਾਏ ਸੁਨਾਈ ਜੋ ਆਇ ਸਪਾਈ ਅਬੋਇਸ ਥਾਨਾ। ਜੈ ਰਾਮ ਜੀ ਕਹਿੰਦੇ ਇਹ ਹੁਕਮ ਸੁਣ ਕੇ ਮੈਂ ਸਿੱਧਾ ਤੁਹਾਡੇ ਕੋਲ ਆਇਆ ਹਾਂ, ਤੁਹਾਨੂੰ ਆਣ ਕੇ ਬੇਨਤੀ ਕਰ ਰਿਹਾ ਹਾਂ। ਜੋ ਸੁਨ ਕਾਨ ਉਠੋ ਗਤ ਦਾਨ ਕਸੂ ਨੇ ਕਾਨ ਸੁਜਾਨ ਨਦਾਨਾ। ਕਵੀ ਸੰਤੋਖ ਸਿੰਘ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਕੰਨਾਂ ਦੇ ਨਾਲ ਇਹ ਗੱਲ ਸੁਣੀ ਤੇ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਉੱਠ ਕੇ ਖੜੇ ਹੋਏ ਹਨ। ਦੇ ਮੰਦ ਭਲੇ ਸੁੰਦਰ ਆਨੰਦ ਕਨੰਦ ਆਨੰਦ ਕੰਦ ਮੁਕੰਦ ਪਿਆਨਾ। ਬੇਅੰਤ ਗੁਣਾਂ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਸਨ, ਮੁਕਤੀ ਦੇ ਦਾਤੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਨ, ਉਹ ਜੈ ਰਾਮ ਜੀ ਦੇ ਨਾਲ ਹੀ ਹੌਲੀ ਹੌਲੀ ਕਦਮ ਪੁੱਟਦੇ ਹੋਏ ਨਾਲ ਹੀ ਜਿਹੜਾ ਉਹ ਤੁਰ ਪੈਂਦੇ ਹਨ। ਰਾਮ ਹੈ ਜਾਵਤ ਰਾਜ ਤਰੂ ਪਾਰ ਬ੍ਰਹਮ ਪ੍ਰਾਤਮ ਆਤਮ ਜੈਸੇ। ਕਹਿੰਦੇ ਕਿ ਇਉਂ ਸ਼ੋਭ ਰਹੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਜੈ ਰਾਮ ਜੀ, ਜਿਵੇਂ ਪਰਮਾਤਮਾ ਦੇ ਨਾਲ ਆਤਮਾ ਸ਼ੋਭਦੀ ਹੈ ਨਾ, ਇੱਦਾਂ ਦੋਨੋਂ ਜਾਣੇ ਨਗਰ ਵਾਲੇ ਪਾਸੇ ਨੂੰ ਤੁਰੇ ਆਉਂਦਿਆਂ ਸ਼ੋਭ ਰਹੇ ਸਨ, ਸੋਹਣੇ ਲੱਗ ਰਹੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਹਿਸਾਬ ਕਿਤਾਬ ਕਰਨ ਵਾਸਤੇ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਜਾ ਕੇ ਕੋਲ ਚਲੇ ਜਾਂਦੇ ਹਨ। ਲੀਨੇ ਨਵ ਸਿੰਧ ਸੰਧ ਮੁਕੰਦ ਨਾਦਰ ਦੇ ਮਨ ਮੰਦਰ ਬੈਸੇ। ਜਾ ਕੇ ਨਵਾਬ ਦੌਲਤ ਖਾਂ ਲੋਧੀ ਦੇ ਘਰ ਵਿੱਚ ਸਤਿਗੁਰੂ ਬਿਰਾਜਮਾਨ ਹੁੰਦੇ ਨੇ ਤੇ ਲੇਖਾ ਜੋਖਾ ਕਰਨ ਦੇ ਲਈ ਹਿਸਾਬ ਸ਼ੁਰੂ ਕਰਦੇ ਹਨ। ਲੇਖਾ ਲੇਖ ਜੋ ਪਤ ਲੇਖਾ ਕੋ ਲੇਖਾ ਘਟ ਬਹੁ ਕੈਸੇ। ਕਹਿਣ ਲੱਗੇ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਿਸਾਬ ਕਿਤਾਬ ਕਰਨ ਦੀ ਤਿਆਰੀ ਕਰਦੇ ਹੈ, ਮੁਨਸ਼ੀ ਨੂੰ ਨਾਲ ਲੈ ਕੇ ਤੇ ਸਤਿਗੁਰੂ ਹਿਸਾਬ ਜਿਹੜਾ ਹੈ ਉਹ ਆਰੰਭ ਕਰਦੇ ਹਨ। ਸਾਲ ਕੋ ਲੇਖਾ ਬਿਸਾਲ ਹੋ ਤੋ ਕਰ ਲਿਓ ਵਹੀ ਕੇ ਜੋਰ ਮਹਾਨਾ। ਵਹੀ ਭਾਵ ਕਿਤਾਬ ਲੈ ਕੇ ਜਿਹਦੇ ਤੇ ਹਿਸਾਬ ਕਿਤਾਬ ਲਿਖਿਆ ਹੁੰਦਾ ਹੈ, ਉਹ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਮੁਨਸ਼ੀ ਦੇ ਨਾਲ ਲੰਮਾ ਚੌੜਾ ਹਿਸਾਬ ਕਰਦੇ ਹੈ। ਭਾਵ 1 ਸਾਲ ਦਾ ਹਿਸਾਬ ਕਰਨਾ ਬਾਕੀ ਪਿਆ ਸੀ, ਉਹ ਫਿਰ ਕਰਨਾ ਸ਼ੁਰੂ ਕੀਤਾ ਜਾਂਦਾ ਹੈ। ਕਿੰਨੀ ਚੀਜ਼ ਆਈ ਹੈ, ਕਿੰਨੀ ਗਈ ਹੈ, ਇਹਦੀਆਂ ਗਿਣਤੀਆਂ ਮਿੰਤੀਆਂ ਵਾਰ-ਵਾਰ ਕੀਤੀਆਂ ਜਾਂਦੀਆਂ ਤੇ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਉਹ ਕੀਤੀ ਗਈ ਹੈ। ਕਾਗਜ਼ ਕੀ ਕਾ ਬਿੰਦ ਲਿਖੇ ਨਵ ਸਿੰਧ ਕੀ ਬੁੱਧ ਬੁੱਧ ਬਕੀਜੇ ਬਿਸਮਾਨਾ। ਮੁਨਸ਼ੀ ਨੇ ਬਾਰ-ਬਾਰ ਕਾਗਜ਼ ਦੇ ਉੱਪਰ ਲਿਖ-ਲਿਖ ਕੇ ਹਿਸਾਬ ਕੀਤਾ ਹੈ।
ਹਿਸਾਬ ਕਰ ਕਰਕੇ ਮੁੰਸ਼ੀ ਜਿਹੜਾ ਥੱਕ ਗਿਆ, ਉਹਦੀ ਅਕਲ ਜਿਹੜੀ ਸੀ ਉਹ ਥੱਕ ਜਾਂਦੀ ਹੈ, ਬੜਾ ਹੈਰਾਨ ਹੁੰਦਾ ਹੈ। ਦੀਨ ਦਿਆਲ ਰਹੇ ਪੁਨ ਵਧੇ ਮੈਂ ਬਹੁ, ਸ੍ਰੀ ਗੁਰੂ ਅੰਗਦ ਜੀ ਸੁਨ ਕਾਨਾ। ਕਹਿੰਦੇ ਕਿ ਫਿਰ ਵੀ ਜਦੋਂ ਹਿਸਾਬ ਕੀਤਾ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਵਾਧਾ ਨਿਕਲਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਲ ਫਿਰ ਵੀ ਵਾਧਾ ਹੁੰਦਾ ਹੈ। ਭਾਵ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜੋ ਕੁਝ ਮਿਲਦਾ ਸੀ ਨਾ ਮੋਦੀ ਖਾਨੇ ਵਿੱਚੋਂ, ਉਹ ਅਨਾਜ ਦੇ ਰੂਪ ਵਿੱਚ ਹੀ ਮਿਲਦਾ ਹੈ, ਤੇ ਸਤਿਗੁਰੂ ਉਹ ਅਨਾਜ ਘਰ ਖੜਨ ਦੀ ਬਜਾਏ ਉੱਥੇ ਹੀ ਰੱਖਿਆ ਕਰਦੇ ਸੀ। ਉਹਦੇ ਵਿੱਚੋਂ ਗਰੀਬ ਗੁਰਦੇ ਲੋਕਾਂ ਨੂੰ ਸਤਿਗੁਰੂ ਦੇ ਦਿਆ ਕਰਦੇ, ਵੰਡ ਦਿਆ ਕਰਦੇ। ਤੇ ਇਵੇਂ ਕਰਕੇ ਜਦੋਂ ਹਿਸਾਬ ਹੁੰਦਾ ਤੇ ਫਿਰ ਸਤਿਗੁਰੂ ਵੱਲ ਵਾਧਾ ਨਿਕਲ ਆਉਂਦਾ ਹੈ। ਵੈਸੇ ਵੀ ਇੱਕ ਰੱਬੀ ਬਖਸ਼ਿਸ਼ ਸੀ ਜਿਹੜੀ ਉੱਥੇ ਵਰਤਦੀ ਪਈ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਵਾਧਾ ਨਿਕਲ ਆਉਂਦਾ ਹੈ। ਸਾਤ ਸੇ 60 ਨਿਕਾਸ ਹੈ ਛੇ, ਸੁਨ ਨਿਜ ਸ਼੍ਰੋਣ ਹੈ ਦੌਲਤ ਖਾਨਾ। ਜਦੋਂ ਫਿਰ ਦੌਲਤ ਖਾਨ ਲੋਧੀ ਨੂੰ ਦੱਸਿਆ ਗਿਆ ਤੇ ਦੱਸਿਆ ਗਿਆ ਕਿ 760 ਰੁਪਏ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਵੱਧ ਨਿਕਲੇ ਹੈ। ਇਹ 760 ਰੁਪਏ ਸਤਿਗੁਰੂ ਵੱਲ ਬਕਾਇਆ ਨਿਕਲਿਆ। ਇਹ ਗੱਲ ਫਿਰ ਦੌਲਤ ਖਾਨ ਲੋਧੀ ਨੂੰ ਜਾ ਕੇ ਦੱਸੀ ਜਾਂਦੀ ਹੈ। ਕਹਿੰਦੇ ਵੀ ਦੌਲਤ ਖਾਨ ਲੋਧੀ ਵੀ ਹੈਰਾਨ ਹੀ ਰਹਿ ਗਿਆ। ਮੇਰੇ ਸਾਹਮਣੇ ਸਤਿਗੁਰੂ ਨੇ ਬੜਾ ਦਾਨ ਦਿੱਤਾ ਸੀ ਲੋਕਾਂ ਨੂੰ, ਫਿਰ ਵੀ 760 ਰੁਪਏ ਦਾ ਵਾਧਾ। ਤੇ ਜਦੋਂ ਇਹ ਗੱਲ ਜੈ ਰਾਮ ਜੀ ਨੇ ਸੁਣੀ, ਜੈ ਰਾਮ ਜੀ ਬੜੇ ਪ੍ਰਸੰਨ ਹੋਏ, ਖੁਸ਼ ਹੋਏ ਹਨ। ਜਿਹੜੇ ਲੋਕ ਬਾਰ-ਬਾਰ ਦੌਲਤ ਖਾਨ ਲੋਧੀ ਦੇ ਕੋਲ ਸ਼ਿਕਾਇਤਾਂ ਕਰਦੇ ਸੀ, ਨਿੰਦਿਆ ਕਰਦੇ ਸੀ, ਚੁਗਲੀ ਕਰਦੇ ਸੀ, ਜਦੋਂ ਸਤਿਗੁਰੂ ਦੇ ਵੱਲ ਵਾਧਾ ਨਿਕਲਿਆ ਨਾ, ਉਹ ਸਾਰੇ ਲੋਕ ਜਿਹੜੇ ਸਨ ਸ਼ਰਮਿੰਦੇ ਹੋ ਗਏ ਹਨ। ਕਹਿਣ ਲੱਗੇ ਕਿ ਉਹ ਬਾਰ-ਬਾਰ ਸ਼ਰਮਿੰਦੇ ਹੋ ਰਹੇ ਸੀ ਤੇ ਹੁਣ ਚਾਰੇ ਪਾਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪ੍ਰਸ਼ੰਸਾ ਹੋ ਰਹੀ ਸੀ। ਜਿਵੇਂ ਬਰਸਾਤ ਹੋਣ ਕਰਕੇ ਘਾਹ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਪ੍ਰਫੁੱਲਤ ਹੁੰਦਾ ਹੈ ਨਾ, ਇੱਦਾਂ ਜਿਹੜੇ ਸਤਿਗੁਰੂ ਦੇ ਪ੍ਰਸ਼ੰਸਕ ਸੀ ਨਾ ਉਹ ਸਾਰੇ ਇਵੇਂ ਖੁਸ਼ ਹੋ ਰਹੇ ਸਨ। ਕਹਿੰਦੇ ਕਿ ਜਿਹੜੇ ਉਸ ਵਕਤ ਨਿੰਦਕ ਸੀ ਉਹ ਸਾਰੇ ਨਿੰਦਕ ਅੰਦਰੋਂ ਅੰਦਰੀ ਝੂਰ ਰਹੇ ਸਨ, ਤੇ ਜਿਹੜੇ ਦੌਲਤ ਖਾਨ ਲੋਧੀ ਸੀ ਉਹ ਵੀ ਫਿਰ ਉਹਨਾਂ ਨਿੰਦਕਾਂ ਵੱਲ, ਉਹ ਜਿਹੜੇ ਝੂਠੇ ਸ਼ਿਕਾਇਤਾਂ ਲਾਉਣ ਵਾਲੇ ਲੋਕ ਸੀ, ਉਹਨਾਂ ਸਾਰਿਆਂ ਨੂੰ ਝੂਠਾ ਜਾਣਦੇ ਹਨ। ਫਿਰ ਕੀ ਹੁੰਦਾ ਹੈ? ਨਵਾਬ ਦੌਲਤ ਖਾਨ ਲੋਧੀ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਕਹਿੰਦਾ ਵੀ ਆ ਜਿਹੜਾ ਬਕਾਇਆ ਬਚਿਆ ਨਾ ਤੁਹਾਡਾ, ਇਹ ਤੁਸੀਂ ਆਪਣਾ ਬਕਾਇਆ ਜਿਹੜਾ ਇਹਨੂੰ ਲੈ ਲੈਣਾ ਕਰੋ। ਦੇਵਤਾ ਨੇ ਔਰ ਤੁਮਰ ਹੋਏ ਠੌਰ ਬਾਦਾ ਹੋਏ ਜੋ ਬਹੋਰ ਬਿਨ ਦੇ ਰਿਆ ਬਲੀਜੀਏ। ਨਵਾਬ ਦੌਲਤ ਖਾਨ ਲੋਧੀ ਕਹਿੰਦਾ ਏ ਨਾਨਕ ਜੀ, ਇਹ ਵਾਲਾ ਵਾਅਦਾ ਵੀ ਤੁਸੀਂ ਲੈ ਲਓ, ਮੈਂ ਤੁਹਾਨੂੰ ਹੋਰ ਵੀ ਧਨ ਦਿਆਂਗਾ, ਹੋਰ ਵੀ ਪੈਸੇ ਦਿਆਂਗਾ, ਪਰ ਤੁਸੀਂ ਇਹ ਕੰਮ ਜਿਹੜਾ ਕਰ ਰਹੇ ਹੋ ਨਾ, ਮੋਦੀ ਖਾਨੇ ਦਾ ਪ੍ਰਬੰਧ ਚਲਾ ਰਹੇ ਹੋ, ਇਹਨੂੰ ਤੁਸੀਂ ਚਲਾਈ ਜਾਓ, ਇਹਨੂੰ ਛੱਡੋ ਨਾ, ਇਹ ਕੰਮ ਤੁਸੀਂ ਕਰਦੇ ਰਹੋ, ਇਹ ਵੀ ਪੈਸੇ ਦਿਆਂਗਾ, ਹੋਰ ਵੀ ਦਿਆਂਗਾ, ਗਾਂ ਵੀ ਜੇ ਕੋਈ ਵਾਅਦਾ ਨਿਕਲੂਗਾ ਨਾ ਉਹ ਮੈਂ ਤੁਹਾਨੂੰ ਦਿਆ ਕਰੂੰਗਾ। ਇਸ ਕਰਕੇ ਕੰਮ ਕਰੋ, ਇਹ ਕੰਮ ਨੂੰ ਛੱਡਣਾ ਨਾ ਕਰੋ। ਬਾਬੇ ਤਬ ਕਹੀ ਧਨ ਲਿਵ ਅਬ ਨਹੀਂ ਜੋ ਬਾਕੀ ਸਭ ਬਚੀ ਬਾਤਾ ਕੀ ਬਾਤ ਸੋ ਸੁਣੀ ਜੀਏ। ਅੱਗੋਂ ਬਾਬੇ ਨੇ ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਕਹਿੰਦਾ ਨਵਾਬ ਜੀ ਮੈਂ ਇਹ ਧਨ ਨਹੀਂ ਲੈਣਾ, ਮੈਂ ਤੁਹਾਡੇ ਪੈਸੇ ਨਹੀਂ ਲਵਾਂਗਾ, ਜਿਹੜੇ ਬਾਕੀ ਵੀ ਨਿਕਲਣਗੇ ਉਹ ਵੀ ਜਿਹੜੇ ਪੈਸੇ ਆ ਉਹ ਮੈਂ ਨਹੀਂ ਲੈ ਸਕਦਾ। ਰਾਖੀ ਈਮਾਨ ਬਾਏ ਆਪਣੇ ਨਵਾਬ ਰਾਏ ਪੈਸੇ ਖੁਦਾਏ ਕੋ ਫਕੀਰ ਨ ਕੋ ਦੀਜੀਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਵਾਬ ਇਹ ਧਨ ਆਪਣੇ ਕੋਲ ਰੱਖ, ਇਮਾਨਤ ਰੱਖ ਲੈ, ਜਿਹੜੇ ਫਕੀਰ ਲੋਕ ਹੋਣਗੇ, ਧਰਮੀ ਪੁਰਸ਼ ਹੋਣਗੇ ਨਾ, ਇਹ ਧਨ ਤੂੰ ਉਹਨਾਂ ਨੂੰ ਵੰਡ ਦੇਵੀਂ, ਉਹਨਾਂ ਨੂੰ ਦੇ ਦੇਣਾ ਕਰੀ। ਨਾਨਕ ਜੀਵੇ ਆਨੰਦ ਤੇ ਭਨ ਥਾਨ ਮਸਨ ਕੇ ਚਲੇ ਆਏ। ਕਵੀ ਸੰਤੋਖ ਸਿੰਘ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਐਵੇਂ ਕਹਿ ਕੇ ਨਾ ਨਵਾਬ ਦੌਲਤ ਖਾਨ ਦੇ ਘਰ ਦੇ ਵਿੱਚੋਂ ਵਾਪਸ ਤੁਰ ਪੈਂਦੇ ਐ।
ਫੇਰ ਉਧਰ ਨੂੰ ਤੁਰਦੇ ਆ ਜਿਹੜੇ ਪਿੰਡ ਤੋਂ ਬਾਹਰ ਸ਼ਮਸ਼ਾਨ ਘਾਟ ਵਿੱਚ ਸਤਿਗੁਰੂ ਬੈਠੇ ਹੋਏ ਸਨ। ਮਰੀਨ ਮ ਬੈਸ ਗਏ ਦਰਵੇਸ਼ ਕੇ ਬੈਸ ਸਰੀਰ ਬਣਾਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਤਨ ਦੇ ਉੱਪਰ ਦਰਵੇਸ਼ਾਂ ਵਾਲਾ ਭੇਸ ਧਾਰਨ ਕੀਤਾ ਹੋਇਆ ਸੀ। ਭਾਵ ਫਕੀਰੀ ਲਿਬਾਸ ਜਿਹੜਾ ਹੈ ਨਾ ਉਹ ਸਤਿਗੁਰੂ ਨੇ ਪਾਇਆ ਹੋਇਆ ਸੀ। ਸਮਾਦੇ ਗਾਦੇ ਬਾਦ ਕੀ ਪੂਰਬ ਰੂਪ ਅਨੂਪ ਬਣਾਏ। ਕਹਿੰਦੇ ਉੱਥੇ ਲਿਜਾ ਕੇ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਚਿੱਤ ਜੋੜਿਆ, ਧਿਆਨ ਜੋੜਿਆ। ਸਤਿਗੁਰੂ ਉੱਥੇ ਬੈਠ ਕੇ ਪ੍ਰਮਾਤਮਾ ਦੀ ਆਰਾਧਨਾ ਕਰਨ ਲੱਗ ਜਾਂਦੇ ਹਨ। ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਦਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼ ਸੁਣਦਾ ਹੈ, ਕਵੀ ਸੰਤੋਖ ਸਿੰਘ ਕਹਿੰਦੇ ਉਹਦੇ ਸਾਰੇ ਦੁੱਖ ਜਿਹੜੇ ਸਨ ਉਹ ਦੁੱਖ ਮਿਟ ਜਾਂਦੇ ਹਨ। ਪਰਿਵਾਰ ਕ੍ਰਿਤ ਦੇਖ ਕੇ ਠਟਕ ਰਹੇ ਮਨ ਮਾਹੀ। ਜਿਹੜਾ ਪਰਿਵਾਰ ਸੀ ਸਤਿਗੁਰੂ ਦਾ, ਉਹ ਪਰਿਵਾਰ ਜਦੋਂ ਇਵੇਂ ਵੇਖਦਾ ਸਤਿਗੁਰੂ ਨੂੰ ਬੈਠਿਆਂ, ਉਹਨਾਂ ਦਾ ਇਦਾਂ ਦਾ ਰਵੱਈਆ ਵੇਖ ਕੇ ਬੜਾ ਹੈਰਾਨ ਹੁੰਦਾ ਤੇ ਬੜਾ ਮਨ ਵਿੱਚ ਦੁਖੀ ਵੀ ਹੁੰਦੇ ਹਨ। ਤੂੰ ਸੁਣ ਰਹੇ ਬੋਲ ਸਕੇ ਕਛ ਨਾਹੀ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਣ ਵਾਸਤੇ ਜਾਂਦੇ ਸੀ, ਪਰ ਉੱਥੇ ਜਾ ਕੇ ਚੁੱਪ ਹੋ ਜਾਂਦੇ, ਕੁਛ ਵੀ ਨਹੀਂ ਸੀ ਬੋਲਦੇ। ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਬੋਲਣ ਜੋਗੇ ਵੀ ਨਹੀਂ ਸਨ। ਰਾਮ ਦੁਕਾਨ ਕੀ ਸੋਚ ਸਵਾਰੀ ਆਨ। ਜੈ ਰਾਮ ਜੀ ਨੇ ਆਣ ਕੇ ਤੇ ਮੋਦੀ ਖਾਨੇ ਦਾ ਪ੍ਰਬੰਧ ਜਿਹੜਾ ਆਪ ਸਾਂਭ ਲਿਆ। ਉਹਨਾਂ ਨੇ ਜਿਹੜਾ ਉਹ ਪ੍ਰਬੰਧ ਨੂੰ ਜਿਹੜਾ ਉਹ ਦੇਖ ਰੇਖ ਕਰਨੀ ਸ਼ੁਰੂ ਕੀਤੀ ਹੈ। ਉਹ ਜਿਹੜਾ ਪੈਸਿਆਂ ਦਾ ਵਾਅਦਾ ਨਿਕਲਿਆ ਸੀ ਨਾ, ਉਹ ਪੈਸਿਆਂ ਦਾ ਵਾਅਦਾ ਨਵਾਬ ਦੌਲਤ ਖਾਂ ਲੋਧੀ ਨੇ ਜੈ ਰਾਮ ਜੀ ਨੂੰ ਦੇ ਦਿੱਤਾ। ਜੈ ਰਾਮ ਜੀ ਨੇ ਜਾ ਕੇ ਉਹ ਸਾਰੇ ਪੈਸੇ ਮਾਤਾ ਸੁਲੱਖਣੀ ਜੀ ਨੂੰ ਦੇ ਦਿੱਤੇ, ਨਾਲੇ ਫਿਰ ਧੀਰਜ ਦਿੱਤਾ ਹੈ। ਜੈ ਰਾਮ ਜੀ ਨੇ ਨਾਲੇ ਜਾ ਕੇ ਮਾਤਾ ਸੁਲੱਖਣੀ ਜੀ ਨੂੰ ਧੀਰਜ ਦਿੱਤਾ ਹੈ ਤੇ ਕੀ ਕਿਹਾ ਵੀ ਸਾਡਾ ਕੋਈ ਵਸ ਨਹੀਂ ਚੱਲਦਾ, ਇਸ ਕਰਕੇ ਤੁਸੀਂ ਹੌਸਲਾ ਰੱਖਣਾ ਕਰੋ। ਕਹਿੰਦੇ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੋ, ਸਿਮਰਨ ਕਰੋ, ਪਰਮੇਸ਼ਰ ਆਪੇ ਹੀ ਸਾਡਾ ਭਲਾ ਕਰੇਗਾ, ਆਪੇ ਭਲੀ ਕਰਨਾ ਕਰੇਗਾ। ਲੋਕ ਬਲੋਕ ਧਿਆਨ ਸੋ ਸਖ ਸੋਕ ਰਾਮ ਕੇ ਜਾਏ ਜਨਾਵੇ। ਬਹੁਤ ਸਾਰੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇਖਣ ਵਾਸਤੇ ਆਉਂਦੇ, ਨਾਲੇ ਫਿਰ ਜੈ ਰਾਮ ਜੀ ਦੇ ਕੋਲ ਜਾ ਕੇ ਦੁੱਖ ਦਾ ਵੀ ਪ੍ਰਗਟਾਵਾ ਕਰਦੇ ਤੇ ਕਹਿੰਦੇ ਕਿ ਸਾਨੂੰ ਤੇ ਕੋਈ ਸਮਝ ਹੀ ਨਹੀਂ ਆ ਰਹੀ ਵੀ ਸਤਿਗੁਰੂ ਕਰ ਕੀ ਰਹੇ ਹਨ। ਜਾਣੀ ਨਾ ਜਾਏ ਸਮੀਗਤ ਕਾ ਉਦਿਆਨ ਬਹਿ ਪੁਰ ਪਾਰ ਨ ਪਾਵੇ। ਕਹਿੰਦੇ ਕਿ ਹੋ ਕੀ ਰਿਹਾ ਸਮਝ ਨਹੀਂ ਆ ਰਹੀ। ਸਤਿਗੁਰੂ ਬਾਹਰ ਹੀ ਬੈਠੇ ਨੇ ਸ਼ਮਸ਼ਾਨ ਘਾਟ ਅੰਦਰ। ਸਤਿਗੁਰੂ ਨਗਰ ਦੇ ਵਿੱਚ ਵਾਪਸ ਵੀ ਨਹੀਂ ਆਉਂਦੇ, ਇੱਥੇ ਆਣ ਕੇ ਚਰਨ ਵੀ ਨਹੀਂ ਪਾ ਰਹੇ। ਹੋਸ਼ ਪਈ ਪਰਮੇਸ਼ਰ ਦੇ ਨ ਰੋਸ ਸੁਨੇ ਮਨ ਜੋਸ਼ ਨ ਆਵੇ। ਕਹਿੰਦੇ ਕਿ ਚੁੱਪ ਕਰਕੇ ਬੈਠੇ ਹੋਏ ਹਨ, ਨਾ ਕੁਝ ਸੁਣਦੇ ਐ, ਨਾ ਕਿਸੇ ਦੀ ਗੱਲ ਵੱਲ ਕੋਈ ਧਿਆਨ ਦਿੰਦੇ ਹਨ। ਕਹਿੰਦੇ ਨਾ ਆਪਣੇ ਮੁਖਾਰਬਿੰਦ ਤੋਂ ਕੁਝ ਬੋਲਦੇ ਐ, ਨਾ ਕਿਸੇ ਦੀ ਗੱਲ ਸੁਣਦੇ ਐ, ਨਾ ਕਿਸੇ ਵੱਲ ਵੇਖਦੇ ਐ, ਨਾ ਕਿਸੇ ਬੰਦੇ ਦੀ ਗੱਲ ਵੱਲ ਕੋਈ ਧਿਆਨ ਹੀ ਦਿੰਦੇ ਹਨ। ਮਾਨੁ ਭੇਵ ਨ ਜਾਣੋ ਸੋ ਮਨ ਆਨਵ ਸੋ ਨਿਜ ਕੀ ਸਤਲਾਈ। ਕਵੀ ਸੰਤੋਖ ਸਿੰਘ ਕਹਿੰਦੇ ਆ ਆਮ ਮਨੁੱਖ ਸਤਿਗੁਰੂ ਦੇ ਇਸ ਭੇਦ ਨੂੰ ਕਿਵੇਂ ਜਾਣ ਸਕਦੇ ਸੀ। ਇਹਨਾਂ ਆਮ ਮਨੁੱਖਾਂ ਦੇ ਵੱਸ ਦੀ ਤੇ ਕੋਈ ਬਾਤ ਹੀ ਨਹੀਂ ਸੀ ਕਿ ਸਤਿਗੁਰੂ ਦਾ ਕਿਹੜਾ ਕੌਤਕ ਹੈ, ਇਹ ਕੌਤਕ ਨੂੰ ਜਾਣ ਸਕਦੇ, ਭਾਵ ਕੋਈ ਵੀ ਜਾਣਨ ਵਾਲਾ ਨਹੀਂ ਸੀ। ਆਪਣੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਐ, ਆਪੇ ਮਨ 'ਚ ਸਵਾਲ ਕਰਦੇ, ਆਪੇ ਜਵਾਬ ਦੇ ਲੈਂਦੇ। ਕੋਈ ਕਹਿੰਦਾ ਲੱਗਦਾ ਨਾਨਕ ਝੱਲਾ ਹੋ ਗਿਆ, ਕੋਈ ਕਹਿੰਦਾ ਲੱਗਦਾ ਪਾਗਲ ਹੋ ਗਿਆ, ਕੋਈ ਕਹਿੰਦਾ ਲੱਗਦਾ ਕੋਈ ਭੂਤ ਚੰਬੜ ਗਿਆ। ਇਵੇਂ ਕਰਕੇ ਆਪਸ ਵਿੱਚ ਗੱਲਾਂ ਕਰ ਰਹੇ ਹਨ। ਨਾਨਕ ਏਕ ਰਹੀ ਉਰ ਮੈਂ ਥਿਰ ਮੇਰੇ ਮਾਨ ਨ ਸੋਏ ਡਲਾਈ। ਜੇ ਉਹਨਾਂ ਸਾਰਿਆਂ ਦੇ ਵਿੱਚ ਅਡੋਲ ਸੀ ਕੋਈ ਤੇ ਉਹ ਸੀ ਸਤਿਕਾਰਯੋਗ ਬੇਬੇ ਨਾਨਕੀ ਜੀ, ਜਿਹੜੇ ਡੋਲੇ ਨਹੀਂ, ਜਿਹੜੇ ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨਾਨਕੀ ਜੀ ਪਰਬਤ ਦੀ ਤਰ੍ਹਾਂ ਅਡੋਲ ਰਹਿੰਦੇ ਹਨ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਸਾਰੇ ਹੀ ਬੋਲ ਰਹੇ ਸਨ, ਪਰ ਇੱਕ ਨਾਨਕੀ ਜੀ ਜੇ ਸਨ
ਜਿਹੜੇ ਨਿਸ਼ਚਿਤ ਹੋ ਕੇ, ਨਿਸ਼ਚਾ ਰੱਖ ਕੇ, ਵਿਸ਼ਵਾਸ ਰੱਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉੱਪਰ ਅਡੋਲ ਰਹਿੰਦੇ ਹਨ, ਡੋਲਦੇ ਨਹੀਂ ਹਨ। ਕਰੇ ਸੋਈ ਭਲੀ ਬਨੇ ਨ ਕਹੇ ਨਿਹਮਾਰ। ਨਾਨਕੀ ਜੀ ਆਖਦੇ ਸਨ, ਕਹਿੰਦੇ ਜੋ ਮੇਰਾ ਵੀਰ ਕਰਦਾ ਹੈ ਨਾ ਉਹ ਠੀਕ ਹੈ, ਉਹ ਕਦੇ ਗਲਤ ਨਹੀਂ ਕਰ ਸਕਦਾ। ਉਹ ਜੋ ਵੀ ਕਰ ਰਹੇ ਹਨ ਸਭ ਕੁਝ ਠੀਕ ਕਰ ਰਹੇ ਹਨ। ਪੱਗ ਸਰਬੱਗ ਕੀ ਮੇਟੇ ਕਿਰਤ ਗਵਾਰ। ਕਹਿੰਦੇ ਕਿ ਆ ਤੁਸ਼ ਬੁੱਧੀ ਵਾਲੇ ਲੋਕ ਜਿਹੜੇ ਹਨ ਇਹ ਮੇਰੇ ਵੀਰ ਦੀ ਲੀਲਾ ਨੂੰ ਨਹੀਂ ਸਮਝ ਸਕਦੇ, ਭਾਵ ਉਹਨਾਂ ਦੇ ਇਸ ਕੌਤਕ ਨੂੰ ਨਹੀਂ ਸਮਝ ਸਕਦੇ। ਸਤਿਗੁਰ ਬਿਲੋਕ ਤੇ ਬੋਲ ਸੁਲਖਣੀ ਦਾਸ। ਕਹਿੰਦੇ ਏਦਾਂ ਦਿਨ ਰਾਤ ਜੋ ਕੁਝ ਹੋ ਰਿਹਾ ਸੀ ਉਹ ਸਾਰੇ ਕੁਝ ਨੂੰ ਮਾਤਾ ਸੁਲੱਖਣੀ ਵੇਖਦੇ। ਆਖਰ ਵੇਖਣ ਤੋਂ ਬਾਅਦ ਵਿਆਕੁਲ ਹੋ ਗਏ। ਇੱਕ ਦਿਨ ਫਿਰ ਉਹਨਾਂ ਨੇ ਆਪਣੇ ਇੱਕ ਸੇਵਕ ਨੂੰ ਕੋਲ ਸੱਦਿਆ ਹੈ। ਸਭ ਵਾਰਤਾ ਨਹਿਰ ਪਠਾਈ ਆਵਾਸ। ਫਿਰ ਉਹਨਾਂ ਨੇ ਕੀ ਕੀਤਾ, ਮਾਤਾ ਸੁਲੱਖਣੀ ਜੀ ਨੇ ਇੱਕ ਸੇਵਕ ਨੂੰ ਆਪਣੇ ਪੇਕੇ ਘਰ ਭੇਜਿਆ, ਆਪਣੇ ਪਿਤਾ ਜੀ ਦੇ ਕੋਲ ਭੇਜਿਆ ਤੇ ਨਾਲੇ ਸਾਰੀ ਗੱਲ ਜਿਹੜੀ ਹੈ ਉਹ ਦੱਸ ਦਿੱਤੀ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਹੁਰੇ ਨੇ, ਭਾਵ ਮਾਤਾ ਸੁਲੱਖਣੀ ਜੀ ਦੇ ਸਤਿਕਾਰਯੋਗ ਪਿਤਾ ਮੂਲ ਚੰਦ ਜੀ ਨੇ ਉਹ ਸੇਵਕ ਦਾ ਸੁਨੇਹਾ ਸੁਣਿਆ, ਬੜੀ ਤੇਜ਼ੀ ਦੇ ਨਾਲ ਉਹ ਦੌੜਿਆ ਆਇਆ ਹੈ। ਮਨ ਵਿੱਚ ਗਿਣਤੀਆਂ ਮਿੰਤੀਆਂ ਕਰਦਾ ਆਉਂਦਾ ਹੈ, ਮਨ ਵਿੱਚ ਸੋਚਾਂ ਵਿਚਾਰਾ ਕਰਦਾ ਆਉਂਦਾ ਹੈ ਤੇ ਬਹੁਤ ਦੁਖੀ ਹੋ ਰਿਹਾ ਹੈ ਮਨ ਹੀ ਮਨ। ਨਾਲ ਆਪਣੇ ਇੱਕ ਪ੍ਰੋਹਿਤ ਨੂੰ ਲੈ ਕੇ ਆਇਆ, ਇੱਕ ਪੰਡਿਤ ਨੂੰ ਨਾਲ ਲੈ ਕੇ ਆਇਆ ਤੇ ਨਾਲ ਲੈ ਕੇ ਸੁਲਤਾਨਪੁਰ ਦੇ ਵਿੱਚ ਆਣ ਕੇ ਪਹੁੰਚ ਜਾਂਦਾ ਹੈ। ਆਪਣੀ ਪੁੱਤਰੀ ਨੂੰ ਆਣ ਕੇ ਮਿਲਦਾ ਹੈ, ਭਾਵ ਮਾਤਾ ਸੁਲੱਖਣੀ ਨੂੰ ਮਿਲਦਾ। ਮੋਹ ਵਿੱਚ ਬੱਝਾ ਹੋਇਆ ਮੂਲ ਚੰਦ ਬੜਾ ਪਿਆਰ ਕਰਦਾ ਹੈ ਆਪਣੀ ਪੁੱਤਰੀ ਨੂੰ। ਕਹਿੰਦੇ ਜਦੋਂ ਫਿਰ ਬੈਠ ਜਾਂਦੇ ਐ, ਬੈਠਣ ਤੋਂ ਬਾਅਦ ਆਪਣੀ ਪੁੱਤਰੀ ਭਾਵ ਮਾਤਾ ਸੁਲੱਖਣੀ ਨੂੰ ਪੁੱਛਦੇ ਐ, ਫਿਰ ਸੁਲੱਖਣੀ ਜੀ ਅੱਗੋਂ ਸਾਰੀ ਗੱਲ ਦੱਸਦੇ ਹਨ। ਵੇਖ ਫਕੀਰ ਸਰੀਰ ਧਰਾ ਬੰਦੀ ਨੂੰ ਸੋ ਲਟਾਏ ਕੇ ਸ਼ੋਰ ਆਵਾਸ। ਕਹਿੰਦੇ ਕਿ ਮਾਤਾ ਸੁਲੱਖਣੀ ਜੀ ਦੱਸਦੇ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਤਨ ਦੇ ਉੱਪਰ ਫਕੀਰਾਂ ਵਾਲਾ ਲਿਬਾਸ ਧਾਰਨ ਕਰ ਲਿਆ, ਫਕੀਰੀ ਬਸਤਰ ਪਾਲੇ ਐ ਤੇ ਨਾਲੇ ਉਹਨਾਂ ਨੇ ਸਾਰਾ ਕੁਝ ਜਿਹੜਾ ਉਹ ਛੱਡ ਦਿੱਤਾ ਹੈ। ਦਿਨ ਤੀਨ ਰਹੇ ਮਦ ਨੀਰ ਨਦੀ ਪੁਨ ਤੀਰ ਆਏ ਨਾ ਸ਼ੁਧੋ ਜਲ ਜਾਸ। ਕਹਿੰਦੇ ਕਿ ਇਹ ਵੀ ਦੱਸਤਾ ਵੀ 3 ਦਿਨ ਵੇਈ ਨਦੀ 'ਚ ਇਸ਼ਨਾਨ ਕਰਨ ਗਏ ਸੀ, 3 ਦਿਨ ਪਤਾ ਨਹੀਂ ਕਿੱਥੇ ਰਹਿ ਗਏ। ਔਰ ਹੈਰਾਨੀ ਦੀ ਗੱਲ ਹੈ 3 ਦਿਨ ਰਹਿਣ ਤੋਂ ਬਾਅਦ ਵੀ ਉਹਨਾਂ ਨੂੰ ਪਾਣੀ ਨੇ ਛੂਹਿਆ ਤੱਕ ਨਹੀਂ, ਪਾਣੀ ਨੇ ਕੁਝ ਵੀ ਨਹੀਂ ਆਖਿਆ। ਹੋਰ ਬੜੀ ਮੈਂ ਆਸਨ ਕੀਨ ਕਹੇ ਸੋ ਸੁਨੇ ਨ ਭਨੇ ਕਸ਼ਤਾਸ। ਕਹਿੰਦੇ ਕਿ ਫਿਰ ਆਖਿਆ ਕਿ ਹੁਣ ਇਸ ਵਕਤ, ਕਹਿੰਦੇ ਇਸ ਵਕਤ ਸ਼ਮਸ਼ਾਨ ਘਾਟ ਵਿੱਚ ਡੇਰਾ ਲਾ ਕੇ ਬੈਠੇ ਐ, ਨਾ ਕਿਸੇ ਦੀ ਗੱਲ ਸੁਣਦੇ ਐ, ਨਾ ਕਿਸੇ ਦਾ ਜਵਾਬ ਦਿੰਦੇ ਹਨ। ਜਦੋਂ ਫਿਰ ਮੂਲ ਚੰਦ ਜੀ ਨੇ ਇਹ ਗੱਲ ਸੁਣੀ ਬੜੇ ਗੁੱਸੇ ਦੇ ਵਿੱਚ ਆਏ, ਗੁੱਸੇ ਦੇ ਨਾਲ ਭਰ ਜਾਂਦੇ ਹਨ। ਕਹਿੰਦੇ ਕਿ ਅੱਖਾਂ ਲਾਲ ਹੋ ਜਾਂਦੀਆਂ ਤੇ ਬੜੇ ਬੋਲ ਕਬੋਲ ਬੋਲਣੇ ਜਿਹੜੇ ਉਹ ਸ਼ੁਰੂ ਕਰ ਦਿੰਦੇ ਐ। ਇਵੇਂ ਕਰਕੇ ਮੂਲ ਚੰਦ ਜੀ ਜਿਹੜੇ ਸਨ ਉਹ ਗੁੱਸੇ ਦੇ ਵਿੱਚ ਆਣ ਕੇ ਫਿਰ ਬੋਲ ਕਬੋਲ ਬੋਲਦੇ ਹਨ। ਕਵੀ ਸੰਤੋਖ ਸਿੰਘ ਕਹਿੰਦੇ ਜਦੋਂ ਫਿਰ ਮਾਤਾ ਸੁਲੱਖਣੀ ਜੀ ਨੇ ਇਹ ਵੀ ਦੱਸਿਆ ਨਾ, ਉਹਨਾਂ ਨੇ ਬਹੁਤ ਸਾਰੇ ਪੈਸੇ ਇੱਦਾਂ ਹੀ ਗਰੀਬਾਂ ਨੂੰ ਲੁਟਾ ਦਿੱਤੇ ਐ, ਦਾਨ ਕਰਤੇ ਐ। ਮੂਲ ਚੰਦ ਜੀ ਇਹ ਗੱਲ ਸਹਾਰ ਨਾ ਸਕੇ, ਬੜੇ ਗੁੱਸੇ ਦੇ ਵਿੱਚ ਆਏ, ਕੰਬਣ ਲੱਗ ਗਏ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਸ਼ੁਭਾਏਮਾਨ ਸਨ, ਜਿੱਥੇ ਬੈਠੇ ਹੋਏ ਸਨ, ਫਿਰ ਇਵੇਂ ਕਰਕੇ ਮੂਲ ਚੰਦ ਜੀ ਜਿਹੜੇ ਆ ਉੱਥੇ ਚਲੇ ਜਾਂਦੇ ਹਨ। ਤਾਂ ਆਏ ਬੋਲਿਓ ਦੁਰਬਾਨੀ ਤੂੰ ਜਨਮਿਓ ਹਾਨੀ ਕੁਲਕਾਨੀ। ਉੱਥੇ ਆਣ ਕੇ ਫਿਰ ਬੜੇ ਕਬੋਲ ਬੋਲਦੇ ਐ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਤੂੰ ਤੇ ਜੰਮਿਆ ਹੀ ਇਸ ਕਰਕੇ ਹੈ ਕਿ ਧਨ ਨੂੰ ਹਾਨੀ ਪਹੁੰਚਾਉਣ ਵਾਸਤੇ, ਸਾਨੂੰ ਘਾਟਾ ਪਵਾਉਣ ਵਾਸਤੇ।
ਇਦਾਂ ਕਰਕੇ ਬੜੇ ਕਬੋਲ ਬੋਲਦੇ ਹਨ। ਮਾਤ ਪਿਤਾ ਕੀ ਦਾਹਤ ਛਾਤੀ ਅਲਬਹਿ ਤੇ ਤੂੰ ਧਨ ਘਾਤੀ। ਕਹਿੰਦੇ ਤੇਰੇ ਮਾਤਾ ਪਿਤਾ ਵੀ ਇਸੇ ਗੱਲੋਂ ਦੁਖੀ ਹੁੰਦੇ ਰਹੇ, ਕਿਉਂਕਿ ਤੂੰ ਛੋਟੀ ਉਮਰ ਤੋਂ ਧਨ ਉਜਾੜਦਾ ਰਿਹਾ ਹੈ। ਤੂੰ ਕਦੇ ਵੀ ਧਨ ਨੂੰ ਸਾਂਭਿਆ ਨਹੀਂ ਹੈ, ਹਮੇਸ਼ਾ ਜਾੜਿਆ ਹੀ ਜਾੜਿਆ। ਇਸ ਕਰਕੇ ਤੂੰ ਤੇ ਧਨ ਜਾੜਨ ਵਾਲਾ ਹੈ, ਬਲਕਿ ਕੁੱਲ ਨੂੰ ਲਾਜ ਲਾਉਣ ਵਾਲਾ ਹੈ, ਤੇ ਹਮੇਸ਼ਾ ਤੂੰ ਇਦਾਂ ਦੇ ਕੰਮ ਕਰਦਾ ਰਿਹਾ ਹੈ। ਬਿਨ ਗੁਰ ਪਰਖੇ ਬਿਨ ਪਿਖੇ ਸੁਤਾ ਕੀਨ ਸੰਬੰਧ। ਕਹਿੰਦੇ ਕਿ ਮੂਲ ਚੰਦ ਕਹਿੰਦੇ ਮੈਂ ਤੇ ਬਿਨਾਂ ਪਰਖੇ, ਬੜੇ ਕਬੋਲ ਬੋਲਦੇ ਆ, ਮੈਂ ਤੇ ਬਿਨਾਂ ਪਰਖੇ ਆਪਣੀ ਪੁੱਤਰੀ ਦਾ ਰਿਸ਼ਤਾ ਜਿਹੜਾ ਤੇਰੇ ਨਾਲ ਕਰ ਦਿੱਤਾ ਹੈ। ਕੋ ਦੁੱਖ ਪਾਏ ਹੈ ਸੁਖ ਨ ਪਖੇ ਸੇ ਸੰਦ। ਕਹਿੰਦੇ ਮੈਂ ਉਦੋਂ ਦਾ ਹੀ ਦੁਖੀ ਆ, ਮੇਰਾ ਪਰਿਵਾਰ ਦੁਖੀ ਹੈ, ਕਿਉਂਕਿ ਮੈਨੂੰ ਕਦੇ ਵੀ ਸੁੱਖ ਨਹੀਂ ਮਿਲਿਆ। ਪਿਤਾ ਸਮਾਨ ਜਾਨ ਗੁਨੇ ਨਾ ਤੁਸ਼ਨ ਰਹੇ ਨ ਬੋਲੇ ਬੈਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੂਲ ਚੰਦ ਜੀ ਨੂੰ ਆਪਣੇ ਪਿਤਾ ਸਮਾਨ ਸਮਝਦੇ ਨੇ। ਅੱਗੋਂ ਕੋਈ ਬਚਨ ਨਹੀਂ ਬੋਲਿਆ, ਸਤਿਗੁਰੂ ਨੇ ਚੁੱਪ ਕਰਕੇ ਸਾਰਾ ਕੁਝ ਸੁਣਦੇ ਗਏ। ਗੁਰ ਬਚਨ ਭਾਗ ਕਰ ਮੂਲਾ ਪੁਰੇ ਆਵਾਜੀ ਮਤ ਪਤਕੂਲਾ। ਕਵੀ ਸੰਤੋਖ ਸਿੰਘ ਕਹਿੰਦੇ ਬੜੇ ਬੋਲ ਕਬੋਲ ਬੋਲ ਕੇ ਮਾੜੀ ਮੱਤ ਵਾਲੇ ਮੂਲ ਚੰਦ ਜੀ ਜਿਹੜੇ ਸਨ ਵਾਪਸ ਆਪਣੇ ਨਗਰ ਦੇ ਵਿੱਚ ਆ ਜਾਂਦੇ ਹਨ। ਭੇਵ ਨ ਲਖੇ ਈਸ਼ ਜਗ ਦੇਵੇ ਬਿਨ ਸੋ ਛਾਤੀ ਜਾਤ ਸੰਦੇਵੇ। ਕਵੀ ਸੰਤੋਖ ਸਿੰਘ ਕਹਿੰਦੇ ਕਿ ਮੂਲ ਚੰਦ ਜੀ ਨਹੀਂ ਸੀ ਸਮਝ ਸਕਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੌਤਕ ਕੀ ਹਨ। ਸੂਰਤ ਘਟੀ ਗੁਣੰਤਾ ਬਿਨਾ ਲੇਖਿਅਤ ਹੈ ਦੁਖਵੰਤਾ। ਕਹਿੰਦੇ ਕਿ ਐਵੇਂ ਕਰਕੇ ਬਹੁਤ ਸਾਰੀਆਂ ਗਿਣਤੀਆਂ ਮਿੰਤੀਆਂ ਕਰਕੇ ਦੁਖੀ ਹੋ ਕੇ ਮੂਲ ਚੰਦ ਵਾਪਸ ਆ ਜਾਂਦੇ ਆ ਝੂਰਦੇ ਹੋਏ।